बिल्कुल बाजार वगैरह कचौरियां ਅਸੀਂ ਘਰ ਤਿਆਰ ਕੀਤੀਆਂ ਨੇ। ਤਿਆਰ ਕਰਨ ਵਾਸਤੇ ਮੈਨੂੰ ਕਿਹੜੀ ਚੀਜ਼ਾਂ ਦੀ ਜ਼ਰੂਰਤ ਪਈ ਹੈ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਫਿਰ ਆਓ ਤੁਸੀਂ ਵੀ ਮੇਰੇ ਨਾਲ ਰੈਸਪੀ ਦੇਖੋ। ਅੱਲਾ ਦਾ ਨਾਮ ਲੈ ਕੇ ਅਸੀਂ ਰੈਸਪੀ ਸ਼ੁਰੂ ਕਰਨੇ ਆ। ਬਿਸਮਿल्लाहिर्रहमानिर्रहीम। अस्सलाम वालेकुम मेरी यूट्यूब फैमिली, किवें हो तुसीं सारे? अल्लाह पाक तुहानूं हमेशा खुश रखे, आबाद रखे। ਅੱਜ ਮੈਂ ਤੁਹਾਡੇ ਨਾਲ ਜਿਹੜੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਅਸੀਂ ਬਣਾਵਾਂਗੇ ਕਚੌਰੀਆਂ। ਬਿਲਕੁਲ ਆਲੂ ਵਾਲੀ ਕਚੌਰੀ ਬਣਾਵਾਂਗੇ। ਔਰ ਇਹ ਕਿਸ ਤਰ੍ਹਾਂ ਬਣਦੀ ਹੈ, ਇਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਸਾਰਾ ਫਿਰ ਤੁਸੀਂ ਮੇਰੇ ਨਾਲ ਦੇਖੋ। ਆਜੋ ਫਿਰ ਅੱਲਾ ਦਾ ਨਾਮ ਲੈ ਕੇ ਅਸੀਂ ਰੈਸਪੀ ਸ਼ੁਰੂ ਕਰਨੇ ਆ। ਬਿਸਮਿल्लाहिर्रहमानिर्रहीम। ਇੱਥੇ ਮੈਂ ਲਿੱਤਾ 2 ਕੱਪ ਮੈਦਾ ਲਿੱਤਾ ਵੇ, ਇਹਨੂੰ ਮੈਂ ਛਾਣ ਲਿੱਤਾ ਵੇ। ਹਸਬੇ ਜ਼ਰੂਰਤ ਨਮਕ ਲਿੱਤਾ ਵੇ। ਅਜਵਾਇਨ ਥੋੜੀ ਜਿਹੀ ਲਿੱਤੀ ਹੈ। ਉਸ ਤੋਂ ਬਾਅਦ ਜਿਹੜਾ ਗਰਮ ਕਰ ਲਿੱਤਾ ਮੈਂ ਘਿਓ ਦਾ ਇਸਤੇਮਾਲ ਕਰਨਾ ਹੈ, ਆਇਲ ਨਹੀਂ ਇਸਤੇਮਾਲ ਕਰਨਾ ਹੈਗਾ। ਇਹਦੇ ਵਿੱਚ ਤਕਰੀਬਨ 1 ਟੇਬਲ ਸਪੂਨ ਅਸੀਂ ਘਿਓ ਪਾ ਦੇਵਾਂਗੇ। ਇਹਨੂੰ ਅਸੀਂ ਅੱਛੀ ਤਰ੍ਹਾਂ ਜਿਹੜਾ ਨਾ ਹੱਥਾਂ ਨਾਲ ਪਹਿਲੇ ਮਿਕਸ ਕਰਾਂਗੇ। ਘਿਓ ਗਰਮ ਹੈਗਾ ਵੇ। ਹੁਣ ਅਸੀਂ ਇਹਦਾ ਨਾ ਆਟਾ ਗੁੰਨ ਲੈਣਾ ਹੈਗਾ ਵੇ, ਥੋੜਾ ਥੋੜਾ ਪਾਣੀ ਪਾਉਂਦੇ ਹੋਇਆ। ਜਿਸ ਤਰ੍ਹਾਂ ਸਮੋਸੇ ਦੀ ਡੋ ਬਣਾਈ ਦੀ ਉਹ ਤੇ ਬਹੁਤ ਜ਼ਿਆਦਾ ਸਖਤ ਹੁੰਦੀ ਹੈ, ਲੇਕਿਨ ਕਚੌਰੀ ਦੀ ਜਿਹੜੀ ਡੋ ਹੈ ਨਾ ਆਟੇ ਤੋਂ ਥੋੜੀ ਸਖਤ ਔਰ ਸਮੋਸੇ ਵਾਲੇ ਤੋਂ ਸੌਫਟ ਉਸ ਤਰ੍ਹਾਂ ਦੀ ਹੁੰਦੀ ਹੈ, ਸਖਤ ਨਹੀਂ ਹੁੰਦੀ ਹੈ। ਜਰਾ ਸੌਫਟ ਜਿਹਾ ਅਸੀਂ ਆਟਾ ਗੁੰਨਾਂਗੇ। ਥੋੜਾ ਥੋੜਾ ਵਿੱਚ ਪਾਣੀ ਪਾਉਂਦੇ ਹੋਇਆ। ਪਾਣੀ ਇੱਕਦਮ ਇਕੱਠਾ ਨਹੀਂ ਪਾਣਾ ਹੈਗਾ। ਆਟਾ ਸਾਡਾ ਮਾਸ਼ਾਅੱਲਾ ਤਕਰੀਬਨ ਗੁੰਨਿਆ ਗਿਆ ਵੇ। ਇਸ ਤਰ੍ਹਾਂ ਤੁਸੀਂ ਇਹਦੀ ਸਖਤ ਜੀ ਦਰਮਿਆਨੀ ਸਖਤ ਜੀ ਡੋਰ ਤਿਆਰ ਕਰ ਲੈਣੀ ਹੈ। ਮੈਂ ਸਖਤ ਵੀ ਕਵਾਂਗੀ, ਨਰਮ ਵੀ ਨਹੀਂ ਕਹਾਂਗੀ, ਬਸ ਜਿਨ ਕਰਨਾ ਨਾ ਦਰਮਿਆਨੀ ਜੀ ਹੋਣੀ ਚਾਹੀਦੀ ਹੈਗੀ ਹੈ। ਇੱਥੇ ਸਾਡੀ ਹੁਣ ਤਿਆਰ ਹੋ ਚੁੱਕੀ ਹੈ। ਇਹਨੂੰ ਅਸੀਂ ਇੱਥੇ ਸਾਈਡ ਤੇ ਕਰਨੇ ਗਏ, ਕਿਸੇ ਟਾਈਟ ਜਾਰ ਵਿੱਚ ਰੱਖ ਦਿੰਦੇ ਆ ਬੰਦ ਕਰਕੇ। ਤਾਂ ਜਿੰਨੀ ਦੇਰ ਤੱਕ ਅਸੀਂ ਦੂਸਰੇ ਕੰਮ ਕਰਨੇ ਹੈਗੇ ਨੇ ਇਹਦੇ ਉੱਪਰ ਅਸੀਂ ਫਿਰ ਘਿਓ ਲਾ ਦੇਵਾਂਗੇ। ਅੱਜ ਸਾਡੀ ਜਿਹੜੀ ਰੈਸਪੀ ਹੈ 'ਚ ਘਿਓ ਦਾ ਇਸਤੇਮਾਲ ਬਹੁਤ ਜ਼ਿਆਦਾ ਹੋਣ ਵਾਲਾ ਵੇ। ਇਹਦੇ ਤੋਂ ਅੱਛੀ ਤਰ੍ਹਾਂ ਤੱਕ ਤੇ ਜਿਹੜੀ ਪਾਪੜੀ ਜੀ ਆਉਂਦੀ ਹੈ ਨਾ ਉਹ ਨਹੀਂ ਆਉਣੀ ਚਾਹੀਦੀ ਹੈਗੀ। ਇਸ ਤਰ੍ਹਾਂ ਅੱਛੀ ਤਰ੍ਹਾਂ ਕਵਰ ਕਰ ਦਾਂਗੇ। ਹੁਣ ਇੰਨੀ ਦੇਰ ਅਸੀਂ ਬਾਕੀ ਆਪਣੇ ਕੰਮ ਕਰ ਲੈਣੇ ਆ। ਹੁਣ ਜਿਹੜੇ ਸਾਡੇ ਅਗਲੇ ਕੰਮ ਹੈਗੇ ਨੇ, ਆਲੂ ਮੈਂ ਬੋਇਲ ਕਰ ਲਿੱਤੇ ਹੈਗੇ ਨੇ। ਮੈਂ ਲਿੱਤੇ ਸਨ ਇੱਥੇ 2 ਵੱਡੇ ਸਾਈਜ਼ ਦੇ ਆਲੂ, ਅੱਛੀ ਤਰ੍ਹਾਂ ਬੋਇਲ ਕਰ ਲਿੱਤੇ ਹੈਗੇ ਨੇ। ਇਹਦੇ ਵਿੱਚ ਬਹੁਤ ਕਮ ਚੀਜ਼ਾਂ ਦਾ ਇਸਤੇਮਾਲ ਹੋਣਾ ਹੈਗਾ ਵੇ। ਇਹ ਜਿਹੜਾ ਪਿਆਜ਼ ਹੈਗਾ ਵੇ, ਇੱਕ ਮੈਂ ਪਿਆਜ਼ ਲਿੱਤਾ ਵੱਡੇ ਸਾਈਜ਼ ਦਾ, ਉਹਨੂੰ ਮੈਂ ਕੱਦੂਕਸ਼ ਕੀਤਾ, ਗ੍ਰੇਟ ਕਰਕੇ ਨਾ। ਠਹਿਰ ਜਾਓ, ਇਹ ਵਾਲੀ ਸਾਈਡ ਜਿਹੜੀ ਹੈ ਨਾ ਇੱਥੋਂ ਗ੍ਰੇਟ ਕਰਨਾ ਹੈਗਾ ਵੇ ਅੱਛੀ ਤਰ੍ਹਾਂ ਨਾ। ਤੇ ਫਿਰ ਉਹਦੇ ਨਾ ਅਸੀਂ ਨਿਚੋੜ ਲਿੱਤਾ ਸੀ, ਇਹਦਾ ਪਾਣੀ ਅੱਛੀ ਤਰ੍ਹਾਂ ਕੱਢ ਲਿੱਤਾ ਹੈਗਾ। ਦੇਖੋ ਬਿਲਕੁਲ ਜੂਸ ਤੋਂ ਬਗੈਰ ਪਿਆਜ਼ ਹੈ। ਤੇ ਕਚੌਰੀ ਔਰ ਸਮੋਸੇ ਦੇ ਵਿੱਚ ਨਾ ਜੂਸੀ ਪਿਆਜ਼ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸਾਡੀ ਫਿਰ ਜਿਹੜੀ ਹੁੰਦੀ ਹੈ ਨਾ ਬਾਹਰ ਵਾਲੀ ਚਮੜਾ ਜਿਹੜਾ ਹੁੰਦਾ ਵੇ ਉਹ ਫਟ ਜਾਂਦਾ ਹੈਗਾ ਵੇ। ਤਾਂ ਸਮੋਸੇ ਦੀ ਜਿਹੜੀ ਜਿਲਦ ਹੈ ਨਾ ਖਰਾਬ ਹੋ ਜਾਂਦੀ ਹੈਗੀ ਹੈ। ਤੇ ਕਚੌਰੀ ਦਾ ਵੀ ਇਹੀ ਹਾਲ ਹੈ। ਇਹਦੇ ਵਿੱਚ ਵੀ ਅਸੀਂ ਨਾ ਇਸ ਤਰ੍ਹਾਂ ਦਾ ਖੁਸ਼ਕ ਪਿਆਜ਼ ਪਾਣਾ ਵੇ। ਇਹਨੂੰ ਜਿਸ ਤਰ੍ਹਾਂ ਅਸੀਂ ਮੂਲੀਆਂ ਨੂੰ ਨਹੀਂ ਨਿਚੋੜਦੇ, ਤੇ ਮੂਲੀ ਕੱਦੂਕਸ਼ ਕਰਨ ਦੀ ਅੱਛੀ ਤਰ੍ਹਾਂ ਇਸ ਤਰ੍ਹਾਂ ਹੱਥ 'ਚ ਪਕੜ ਕੇ ਅੱਛੀ ਤਰ੍ਹਾਂ ਮੈਂ ਨਿਚੋੜ ਲਿੱਤਾ ਸੀ। ਪਾਣੀ ਇਹਦਾ ਬਿਲਕੁਲ। ਹੁਣ ਅਸੀਂ ਇਹਨੂੰ ਵੱਡੇ ਬੋਲ 'ਚ ਸ਼ਾਮਿਲ ਕਰਾਂਗੇ ਸਾਰੀਆਂ ਚੀਜ਼ਾਂ ਨੂੰ। ਸਭ ਤੋਂ ਪਹਿਲੇ ਅਸੀਂ ਆਲੂ ਲਵਾਂਗੇ। ਬਿਸਮਿल्लाहिर्रहमानिर्रहीम। ਇਹ ਮੈਂ ਸੈਰੀ ਵਾਲੇ ਜਦੋਂ ਉੱਠਣੀ ਆ ਨਾ ਤੇ ਪਹਿਲੇ ਆਪਣੇ ਕਾਫੀ ਕੰਮ ਨਿਬੇੜ ਲੈਣੀ ਹੈਗੀ ਆ। ਧਨੀਆ ਦਾ ਥੋੜਾ ਜਿਹਾ ਇਸਤੇਮਾਲ ਹੋਏਗਾ। ਧਨੀਆ ਤੁਸੀਂ ਜਿੰਨਾ ਵੀ ਪਾ ਸਕਦੇ ਹੋ, ਖੁਸ਼ਬੂ ਇਹਦੀ ਅੱਛੀ ਲੱਗਦੀ ਹੈਗੀ ਹੈ। ਜ਼ਾਇਕਾ ਖੁਸ਼ਬੂ ਇਹ ਸਾਰੇ ਕੰਮ ਕਰਦਾ ਵੇ। ਜਿੰਨਾ ਵੀ ਤੁਹਾਡੇ ਕੋਲ ਹੋਵੇ ਤੁਸੀਂ ਇਸਤੇਮਾਲ ਕਰ ਸਕਦੇ ਹੋ। ਪਿਆਜ਼ ਜਿਹੜਾ ਵੇ ਵੀ ਇਹ 'ਚ ਸ਼ਾਮਿਲ ਕਰ ਦਾਂਗੇ। ਇਹ ਬੜੀਆਂ ਕ੍ਰਿਸਪੀ ਜੀਆਂ ਕਚੌਰੀਆਂ ਬਣਨਗੀਆਂ ਔਰ ਬਾਜ਼ਾਰ ਵਾਲੀ ਕਚੌਰੀ ਨਾਲੋਂ ਬਹੁਤ ਜ਼ਿਆਦਾ ਸ਼ਾਨਦਾਰ ਕਚੌਰੀ ਅਸੀਂ ਘਰ ਤਿਆਰ ਕਰਾਂਗੇ। ਇਹਦੇ ਵਿੱਚ ਜਿਹੜੇ ਮਸਾਲੇ ਨੇ ਉਹ ਵੀ ਦੇਖ ਲਓ ਜ਼ਿਆਦਾ ਨਹੀਂ ਹੈਗੇ ਨੇ। ਸੁਰਖ ਮਿਰਚ ਪਾਊਡਰ 1 ਚਮਚ ਹੈ, ਚਾਟ ਮਸਾਲੇ ਦੀ 1 ਚਮਚੀ ਹੈ, ਨਮਕ ਬਹੁਤ ਥੋੜਾ ਵੇ। ਮੇਰਾ ਬੀਬੀ ਬਹੁਤ ਹਾਈ ਹੋਇਆ ਵੇ। ਕੱਲ ਮੈਨੂੰ ਡਾਂਟ ਵੀ ਪਈ ਸੀ, ਕਹਿੰਦੇ ਤੂੰ ਨਮਕ ਦਾ ਅੱਜ ਕੱਲ੍ਹ ਇਸਤੇਮਾਲ ਤੇਜ਼ ਕਰ ਰਹੀ ਹੈ। ਹਾਲਾਂਕਿ ਤੁਸੀਂ ਵੇਖਦੇ ਹੀ ਹੋ ਮੈਂ ਇੰਨਾ ਤੇਜ਼ ਇਸਤੇਮਾਲ ਨਹੀਂ ਕਰਦੀ ਨਮਕ। ਤੇ ਸੁੱਕੇ ਧਨੀਏ ਦੀ 1 ਚਮਚੀ ਲਿੱਤੀ ਹੈਗੀ, ਅੱਧੀ ਚਮਚੀ ਹਲਦੀ ਪਾਊਡਰ ਦੀ ਲਿੱਤੀ ਹੈ। ਇਹ ਸਾਰੇ ਮਸਾਲਿਆਂ 'ਚ ਸ਼ਾਮਿਲ ਕਰਾਂਗੇ। ਇਹਨਾਂ ਹੁਣ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਆਲੂ ਜਿਹੜੇ ਨੇ ਨਾ ਜ਼ਰਾ ਥੋੜੇ ਸਖਤ ਹੋ ਗਏ ਹੋਣੇ ਨੇ, ਕਿਉਂਕਿ ਸਵੇਰ ਦੇ ਮੈਂ ਫ੍ਰਿਜ 'ਚ ਰੱਖੇ ਹੋਏ ਨੇ। ਅੱਛੀ ਤਰ੍ਹਾਂ ਇਹਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ। ਸਟਫਿੰਗ ਵੀ ਸਾਡੀ ਰੈਡੀ ਹੋ ਚੁੱਕੀ ਹੈਗੀ। ਇਹਨੂੰ ਵੀ ਅਸੀਂ ਹੁਣ ਕਵਰ ਕਰਕੇ ਕਰ ਦੇਵਾਂਗੇ ਸਾਈਡ ਤੇ। ਅੱਧਾ ਘੰਟਾ ਤਕਰੀਬਨ ਹੋ ਚੁੱਕਿਆ ਵੇ। ਹੁਣ ਅਸੀਂ ਆਪਣਾ ਅਗਲਾ ਕੰਮ ਸ਼ੁਰੂ ਕਰਾਂਗੇ। ਥੋੜਾ ਜਿਹਾ ਪਹਿਲੇ ਅਸੀਂ ਇੱਥੇ ਆਟਾ ਛਿੜਕ ਲਾਂਗੇ। ਬਿਸਮਿल्लाहिर्रहमानिर्रहीम।
ਇਹਦੇ ਅਸੀਂ 2 ਪੇੜੇ ਕਰਾਂਗੇ। ਹੁਣ ਅਸੀਂ ਇਹਦੀ ਰੋਟੀ ਵੇਲ ਲੈਣੀ ਹੈ। ਇਸ ਤਰ੍ਹਾਂ ਅਸੀਂ ਇੱਕ ਵੱਡੀ ਜਿਹੀ ਇਹਦੀ ਰੋਟੀ ਤਿਆਰ ਕਰ ਲਵਾਂਗੇ। ਤਾਂ ਦੇਖੋ ਆਟਾ ਅੱਛੀ ਤਰ੍ਹਾਂ ਗੁੱਝਾ ਹੋਏਗਾ, ਆਰਾਮ ਨਾਲ ਸਾਡੀ ਇਹ ਰੋਟੀ ਚੁੱਕੀ ਜਾਏਗੀ, ਚੇਂਜ ਵੀ ਹੋ ਸਕਦੀ ਹੈ ਸਾਈਡ। ਹੁਣ ਅਸੀਂ ਇਸ ਤੋਂ ਅਗਲਾ ਕੰਮ ਕੀ ਕਰਨਾ ਹੈਗਾ ਵੇ, ਘਿਓ ਲੈਣਾ ਹੈਗਾ ਵੇ। ਇਹ ਦੇਖੋ ਇਸ ਤਰ੍ਹਾਂ ਇੱਕ ਬੁਰਸ਼ ਦੀ ਮਦਦ ਦੇ ਨਾਲ, ਹੱਥਾਂ ਨਾਲ, ਜਿਸ ਤਰ੍ਹਾਂ ਵੀ ਤੁਸੀਂ ਨਾ, ਇਹਦੀ ਕੋਈ ਜਗ੍ਹਾ ਰਹਿਣੀ ਨਹੀਂ ਚਾਹੀਦੀ ਹੈਗੀ, ਹਰ ਜਗ੍ਹਾ ਕਵਰ ਕਰਨੀ ਹੈਗੀ ਹੈ। ਅੱਛੀ ਤਰ੍ਹਾਂ ਹਰ ਤਰਫ ਘਿਓ ਲਾ ਦੇਣਾ ਹੈ। ਮੈਲਟ ਹੋਇਆ ਵੀ ਇਸਤੇਮਾਲ ਕਰ ਸਕਦੇ, ਇਸ ਤਰ੍ਹਾਂ ਵੀ ਕਚੋਰੀ ਦੀ ਪਰਤ ਜਿਹੜੀ ਹੈ ਨਾ ਅਸੀਂ ਲਹਿਦਾ ਕਰਕੇ ਦਿਖਾਣੀ ਹੈਗੀ ਹੈ, ਤੇ ਉਹਦੇ ਵਾਸਤੇ ਘਿਓ ਦਾ ਇਸਤੇਮਾਲ ਹੋਏਗਾ, ਆਇਲ ਦਾ ਇਸਤੇਮਾਲ ਤੁਸੀਂ ਬਿਲਕੁਲ ਨਹੀਂ ਕਰਨਾ। ਮੈਂ ਤੁਹਾਨੂੰ ਹਰ ਨਾਲ ਸਟੈਪ ਦੱਸਦੀ ਰਹਿੰਦੀ ਹੈਗੀ ਆ, ਤੁਸੀਂ ਉਸ ਤਰ੍ਹਾਂ ਹੀ ਅਗਰ ਕਰਿਆ ਕਰੋਗੇ ਇਨਸ਼ਾਅੱਲਾ ਤਾਲਾ ਚੀਜ਼ ਤੁਹਾਡੀ ਉਸੇ ਤਰ੍ਹਾਂ ਹੀ ਜ਼ਬਰਦਸਤ ਜੀ ਬਣੇਗੀ। ਹੁਣ ਇਸ ਤੋਂ ਬਾਅਦ ਅਸੀਂ ਮੈਦਾ ਲਵਾਂਗੇ। ਇਸ ਤਰ੍ਹਾਂ ਦੇ ਉੱਪਰ ਕਿਸੇ ਛਾਨਣੀ 'ਚ ਪਾ ਲਓ ਜਾਂ ਹੱਥਾਂ ਨਾਲ ਅੱਛੀ ਤਰ੍ਹਾਂ ਨਾਲ ਹਰ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਅਸੀਂ ਛਿੜਕ ਦੇਣਾ ਹੈਗਾ ਵੇ। ਜਿਸ ਤਰ੍ਹਾਂ ਆਟੇ ਦੇ ਉੱਤੇ ਨਮਕ ਵਗੈਰਾ ਪਾਉਂਦੇ ਹੋ ਨਾ, ਇਸ ਤਰ੍ਹਾਂ ਅੱਛੀ ਤਰ੍ਹਾਂ, ਕੋਈ ਜਗ੍ਹਾ ਰਹਿਣੀ ਨਹੀਂ ਚਾਹੀਦੀ ਹੈਗੀ, ਇਹਦੇ ਨਾਲ ਇੱਕੋ ਜਿਹਾ ਸਾਰੀ ਜਗ੍ਹਾ ਤੇ ਆਏਗਾ। ਔਰ ਘਿਓ ਦੀ ਵਜ੍ਹਾ ਤੋਂ ਚੀਜ਼ ਸਾਡੀ ਨਾ ਚਿਪਕਦੀ ਨਹੀਂ ਹੈਗੀ, ਆਇਲ ਨਾਲ ਫੇਰ ਵੀ ਚਿਪਕ ਜਾਂਦੀ ਹੈ। ਅੱਛੀ ਤਰ੍ਹਾਂ ਹਰ ਜਗ੍ਹਾ ਅਸੀਂ ਇਹਦੀ ਕਵਰ ਕਰ ਦਾਂਗੇ। ਉਸ ਤੋਂ ਬਾਅਦ ਅਸੀਂ ਇਹਨੂੰ ਕੀ ਕਰਨਾ ਵੇ, ਆਰਾਮ ਦੇ ਨਾਲ ਨਾ ਇਸ ਤਰ੍ਹਾਂ ਬਰੀਕ ਬਰੀਕ ਜਿਹਾ ਰੋਲ ਬਣਾਉਣਾ ਸ਼ੁਰੂ ਕਰਨਾ ਵੇ। ਬਰੀਕ ਬਰੀਕ ਰੱਖਣਾ ਹੈਗਾ, ਜ਼ਿਆਦਾ ਮੋਟਾ ਨਹੀਂ ਹੋਣਾ ਚਾਹੀਦਾ। ਹੁਣ ਅਸੀਂ ਛੁਰੀ ਦੇ ਨਾਲ ਨਾ ਇਹ ਸਾਈਡਾਂ ਦੀਆਂ ਕੱਟ ਦਾਂਗੇ। ਇਹਦੇ ਹੁਣ ਅਸੀਂ ਪੇੜੇ ਕੱਟ ਲਾਂਗੇ। ਛੁਰੀ ਜ਼ਰਾ ਇੱਥੇ ਥੋੜੀ ਤੇਜ਼ ਵਾਲੀ ਲੈਣੀ ਹੈ। ਇਸ ਤਰ੍ਹਾਂ ਅਸੀਂ ਇਹਦੇ ਪੇੜੇ ਕੱਟਾਂਗੇ। ਦੇਖੋ ਤੁਹਾਨੂੰ ਜੇ ਲਹਿਰਾਂ ਨਜ਼ਰ ਆ ਰਹੀਆਂ ਨੇ, ਇਸ ਤਰ੍ਹਾਂ ਅਸੀਂ ਸਾਰੇ ਪੇੜੇ ਕੱਟ ਲਾਂਗੇ। ਸਾਰੇ ਪੇੜਿਆਂ ਦੀ ਕਟਿੰਗ ਹੋ ਚੁੱਕੀ ਹੈ, ਤੁਸੀਂ ਮਾਸ਼ਾਅੱਲਾ ਦੇਖ ਸਕਦੇ ਹੋ ਗਿਆ ਦੀ ਪਰਤ ਕਿੰਨੀਆਂ ਜ਼ਿਆਦਾ ਹੋ ਚੁੱਕੀਆਂ ਨੇ। ਹੁਣ ਅਸੀਂ ਕੀ ਕਰਾਂਗੇ, ਹੱਥਾਂ ਦੇ ਉੱਤੇ ਫਿਰ ਅਸੀਂ ਲਗਾਵਾਂਗੇ, ਆਪਣੀ ਜ਼ਰਾ ਘਿਓ ਲਾਵਾਂਗੇ ਇਸ ਤਰ੍ਹਾਂ, ਔਰ ਬੜੇ ਆਰਾਮ ਨਾਲ ਇਸ ਤਰ੍ਹਾਂ ਚਪਟਾ ਕਰਾਂਗੇ। ਅਸੀਂ ਇਹ ਕੰਮ ਵੇਲਣੇ ਦੀ ਮਦਦ ਨਾਲ ਵੀ ਕਰ ਸਕਦੇ ਹਾਂ, ਹੱਥਾਂ ਨਾਲ ਵੀ ਕਰ ਸਕਦੇ ਹਾਂ, ਲੇਕਿਨ ਅਸੀਂ ਵੇਲਣੇ ਨਾਲ ਹੀ ਕਰਾਂਗੇ, ਜ਼ਰਾ ਜਲਦੀ ਹੋ ਜਾਏਗਾ। ਇਸ ਟਾਈਮ ਜ਼ਿਆਦਾ ਹੋ ਚੁੱਕਿਆ ਵੇ, 5 ਦੇ ਕੋਲ ਟਾਈਮ ਹੋ ਗਿਆ ਵੇ, ਤੇ ਅੱਜ ਮੈਂ ਲੇਟ ਹੋ ਗਈ ਹਾਂ, ਮੇਰੀ ਤਬੀਅਤ ਸਹੀ ਨਹੀਂ ਸੀ, ਤੇ ਮੈਂ ਕਿਹਾ ਚੱਲ ਜ਼ਰਾ ਲੇਟ ਹੀ ਜਾਣੀ ਹੈਗੀ ਆ, ਨਹੀਂ ਤੇ ਮੈਂ ਆਪਣੀ ਰੈਸਪੀ ਟਾਈਮ ਸਿਰ ਹੀ ਬਣਾ ਲੈਂਦੀ ਹੁੰਦੀ ਹਾਂ। ਇਸ ਤਰ੍ਹਾਂ ਅਸੀਂ ਇਹਦਾ ਨਾ ਹੁਣ ਰੋਟੀ ਜੀ ਬਣਾ ਲਵਾਂਗੇ। ਇਹਦੀ ਪਰਤ ਜਿੰਨੀ ਬਰੀਕ ਹੋਏਗੀ ਨਾ ਕਚੋਰੀ ਸਾਡੀ ਓਨੀ ਮਜ਼ੇ ਦੀ ਬਣੇਗੀ। ਜਿਸ ਤਰ੍ਹਾਂ ਸਾਡੀ ਇੱਕ ਰੋਟੀ ਬਣ ਗਈ ਹੈ ਨਾ, ਅਸੀਂ ਹੁਣ ਕੀ ਕਰਨਾ ਹੈਗਾ ਵਾ, ਇਹਦਾ ਇੱਕੋ ਨਾ ਇਸ ਤਰ੍ਹਾਂ ਪਕੜਾਂਗੇ, ਫਿਰ ਇਹ ਪਕੜਾਂਗੇ, ਫਿਰ ਇਹ ਪਕੜਾਂਗੇ, ਫਿਰ ਇਹ ਪਕੜਾਂਗੇ, ਫਿਰ ਅਸੀਂ ਇਹਦੀ ਇੱਕ ਰੋਟੀ ਵੇਲਾਂਗੇ। ਇਸ ਤਰ੍ਹਾਂ ਦੀਆਂ ਅਸੀਂ ਇਹਦੀਆਂ ਨਾ ਛੋਟੀਆਂ ਛੋਟੀਆਂ ਸਾਰੀਆਂ ਰੋਟੀਆਂ ਬਣਾ ਲਾਂਗੇ। ਸਾਰੇ ਪੇੜਿਆਂ ਦੀਆਂ ਮੈਂ ਰੋਟੀਆਂ ਬਣਾ ਲਤੀਆਂ ਨੇ। ਇਸ ਤਰ੍ਹਾਂ ਇੰਨੀ ਬਰੀਕ ਪਰਤ ਹੋਣੀ ਚਾਹੀਦੀ ਹੈਗੀ ਹੈ। ਇਹ ਦੇਖ ਸਕਦੇ ਹੋ ਤੁਸੀਂ, ਸਾਰੀਆਂ ਰੋਟੀਆਂ ਬਣਾ ਲਤੀਆਂ ਨੇ। ਹੁਣ ਅਸੀਂ ਅਗਲਾ ਕੰਮ ਸਾਡਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਅਸੀਂ ਕੋਈ ਬੋਲ ਲਵਾਂਗੇ, ਮੈਂ ਤੁਹਾਨੂੰ ਨਵੇਂ ਬੰਦੇ ਵਾਸਤੇ ਬਹੁਤ ਆਸਾਨ ਤਰੀਕੇ ਨਾਲ ਬਣਾਉਣੀ ਦੱਸਾਂਗੀ। ਇਸ ਤਰ੍ਹਾਂ ਅਸੀਂ ਉਹਨੂੰ ਅੱਛੀ ਤਰ੍ਹਾਂ ਅੰਦਰ ਘਿਓ ਲਾ ਦੇਵਾਂਗੇ।
ਇੱਕ ਰੋਟੀ ਫੜਾਂਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਸ ਤਰ੍ਹਾਂ ਰੋਟੀ ਇਹਦੇ 'ਚ ਵਿਛਾਈ। ਤਾਂ ਸਭ ਤੋਂ ਆਸਾਨ ਤਰੀਕਾ ਦੱਸਣੀ ਪਈਆਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਸ ਤਰ੍ਹਾਂ ਅਸੀਂ ਇਹਦੇ ਅੰਦਰ ਮਟੀਰੀਅਲ ਰੱਖਾਂਗੇ। ਇਹ ਦੇਖੋ ਜਰਾ, ਇਸ ਤਰ੍ਹਾਂ ਆਰਾਮ ਨਾਲ ਪਕੜਦੇ ਹੋਇਆ ਹੱਥਾਂ ਨਾਲ ਪੋਟਲੀ ਜਿਹੀ ਅਸੀਂ ਬਣਾ ਦੇਣੀ ਹੈ। ਇਸ ਤਰ੍ਹਾਂ ਸਾਨੂੰ ਹੱਥਾਂ 'ਚ ਫੜਨੀ ਬਹੁਤ ਜ਼ਿਆਦਾ ਆਸਾਨ ਹੋਏਗੀ। ਇਸ ਤਰ੍ਹਾਂ ਅਸੀਂ ਹੱਥ 'ਚ ਫੜ ਕੇ ਬਣਾਉਂਦੇ, ਇਹ ਪੋਟਲੀ ਸਾਡੀ, ਇਹਨੂੰ ਇਸ ਤਰ੍ਹਾਂ ਅਸੀਂ ਹੁਣ ਆਸਤਾ ਜਿਹਾ ਨਾ ਇਸ ਤਰ੍ਹਾਂ ਕਰ ਦੇਣਾ ਹੈ। ਇਸ ਤਰ੍ਹਾਂ ਇਹ ਹੋ ਗਈ ਸਾਡੀ ਕਚੋਰੀ ਬਣ ਗਈ ਅਲਹਮਦੁਲਿਲਾ। ਇਸ ਤਰ੍ਹਾਂ ਅਸੀਂ ਆਪਣੀਆਂ ਸਾਰੀਆਂ ਕਚੋਰੀਆਂ ਲਾਕ ਕਰ ਦਾਂਗੇ ਇਸ ਤਰ੍ਹਾਂ ਹੀ ਬਣਾਉਂਦੇ ਹੋਇਆ। ਫੁੱਲ ਵੀ ਸਾਡਾ ਨਾਲ ਉੱਪਰ ਡਿਜ਼ਾਈਨ ਕਿੱਡਾ ਸੋਹਣਾ ਬਣ ਗਿਆ ਨਾ। ਇਸ ਤਰ੍ਹਾਂ ਸਾਰੇ ਅਸੀਂ ਕਚੋਰੀਆਂ ਬਣਾ ਲਵਾਂਗੇ। ਮੈਂ ਤੁਹਾਨੂੰ ਇੱਕ ਹੋਰ ਬਣਾ ਕੇ ਦਿਖਾ ਦਿੰਨੀ ਆ। ਇਸ ਤਰ੍ਹਾਂ ਫਿਰ ਅਸੀਂ ਇੱਕ ਰੋਟੀ ਪਕੜਾਂਗੇ। ਮੈਂ ਹੱਥ 'ਚ ਵੀ ਬਣਾ ਸਕਦੀ ਹਾਂ, ਲੇਕਿਨ ਤੁਹਾਡੀ ਆਸਾਨੀ ਵਾਸਤੇ ਕਿ ਜਿਹੜਾ ਨਵਾਂ ਬੰਦਾ ਕੁਕਿੰਗ ਕਰਨ ਲੱਗਾ ਹੈ, ਪਹਿਲੀ ਦਫਾ ਕਚੋਰੀ ਬਣਾਉਣ ਲੱਗਾ, ਉਹਨੂੰ ਕੋਈ ਮੁਸ਼ਕਿਲ ਨਾ ਹੋਵੇਗੀ। ਇਸ ਤਰ੍ਹਾਂ ਅਸੀਂ ਫਿਰ ਇਹਦੇ 'ਚ ਫਿਲਿੰਗ ਰੱਖਾਂਗੇ। ਇਸ ਤਰ੍ਹਾਂ ਮੈਂ ਥੋੜ੍ਹੀਆਂ ਜਿਹੀਆਂ ਕਚੋਰੀਆਂ ਬਣਾਵਾਂਗੀ। ਤੁਹਾਡੀ ਤਾਂ ਕੋਲ ਟਾਈਮ ਹੈਗਾ ਵੇ, ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਹੈਗੀ ਹਾਂ। ਇਸ ਤਰ੍ਹਾਂ ਫਿਰ ਅਸੀਂ ਪਕੜਾਂਗੇ। ਕੋਈ ਨਹੀਂ, ਕਦੀ ਘੱਟ ਜ਼ਿਆਦਾ ਹੋ ਜਾਵੇ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਅਸੀਂ ਕਿਹੜਾ ਕੋਈ ਵੇਚਣੀਆਂ ਨੇ, ਆਪੀ ਖਾਣੀਆਂ ਨੇ। ਪੋਟਲੀ ਬਣਾਉਣੀ ਬਸ ਇੱਥੇ ਬਹੁਤ ਜ਼ਿਆਦਾ ਆਸਾਨ ਹੋ ਜਾਏਗੀ। ਇਹ ਦੇਖੋ, ਇਸ ਤਰ੍ਹਾਂ ਫਿਰ ਅਸੀਂ ਹੱਥ 'ਚ ਪਕੜ ਲਾਂਗੇ ਇਸ ਤਰ੍ਹਾਂ ਆਰਾਮ ਨਾਲ, ਕਿਉਂਕਿ ਬਹੁਤ ਜ਼ਿਆਦਾ ਇਹਦੇ 'ਚ ਘਿਓ ਪਾਇਆ ਹੋਇਆ ਵਾ। ਅਸੀਂ ਅਗਰ ਜ਼ਰੂਰਤ ਮਹਿਸੂਸ ਹੋਏ ਤਾਂ ਮੈਂ ਪਾਣੀ ਵੀ ਕੋਲ ਰੱਖਿਆ ਹੋਇਆ। ਤੁਸੀਂ ਥੋੜਾ ਜਿਹਾ ਲੌਕ ਕਰਨ ਵਾਸਤੇ ਅਗਰ ਤੁਹਾਡੇ ਕੋਲ ਨਹੀਂ ਕਾਬੂ ਆ ਰਹੀ, ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਇਹਦੇ 'ਤੇ ਪਾਣੀ ਵੀ ਲਗਾ ਸਕਦੇ ਹੈਗੇ ਤਾਂ ਕਿ ਖੁੱਲੇ ਨਾ। ਇਹਦੀ ਪਰਤ ਘਿਓ 'ਚ ਜਾਂਦੇ ਹੀ ਲੈਦਾ ਹੋਣੀ ਸ਼ੁਰੂ ਹੋ ਜਾਣੀ ਹੈਗੀ ਹੈ। ਇਸ ਤਰ੍ਹਾਂ ਅਸੀਂ ਸਾਰੀਆਂ ਪੋਟਲੀਆਂ ਦੀਆਂ ਕਚੋਰੀਆਂ ਤਿਆਰ ਕਰ ਲਾਂਗੇ। ਅਲਹਮਦੁਲਿਲਾ ਕਚੋਰੀਆਂ ਰੈਡੀ ਹੋ ਚੁੱਕੀਆਂ ਨੇ। ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਨੇ। ਆਇਲ ਵੀ ਸਾਡਾ ਗਰਮ ਹੋਣ ਵਾਸਤੇ ਅਸੀਂ ਉੱਤੇ ਰੱਖ ਦਿੱਤਾ ਵੇ, ਲੇਕਿਨ ਆਇਲ ਦੀ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਪਕੌੜੇ ਵਗੈਰਾ ਅਸੀਂ ਬਣਾਉਣੇ, ਆਇਲ ਬਹੁਤ ਜ਼ਿਆਦਾ ਅਸੀਂ ਗਰਮ ਕਰਨੇ ਆ। ਇਹਦੇ ਤੇ ਐਂ ਸਿਰਫ ਸਾਨੂੰ ਹੱਥਾਂ ਨੂੰ ਸੇਕ ਮਹਿਸੂਸ ਹੋਣਾ ਚਾਹੀਦਾ ਵੇ। ਤਾਂ ਅਸੀਂ ਇਹਦੇ ਵਿੱਚ ਹੁਣ ਕਚੋਰੀਆਂ ਰੱਖਣੀਆਂ ਸ਼ੁਰੂ ਕਰਾਂਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕਚੋਰੀ ਥੱਲੇ ਜਾ ਕੇ ਬੈਠਣੀ ਚਾਹੀਦੀ ਹੈਗੀ ਹੈ। ਇਹਨੇ 15 ਤੋਂ 16 ਮਿੰਟ ਲੈਣੇ ਹੈਗੇ ਨੇ, ਆਸਤਾ ਆਸਤਾ ਖੁਦ ਉੱਪਰ ਆਏਗੀ। ਮਾਸ਼ਾਅੱਲਾ ਸਾਡੀਆਂ 16 ਕਚੋਰੀਆਂ ਬਣੀਆਂ ਨੇ 2 ਕੱਪ ਮੈਦੇ ਦੇ ਨਾਲ। ਬਸ ਇਹ ਇੱਕ ਵਕਤ ਚਾਹੀਆਂ ਕਾਫੀ ਨੇ। ਇਹਨੂੰ ਆਰਾਮ ਨਾਲ ਤੁਸੀਂ ਹੋਰ ਕੰਮ ਕਰਦੇ ਰਹੋ ਆਪਣੇ ਹਲਕੇ ਫੁਲਕੇ ਨਾਲ। ਇਹਨੇ ਟੋਟਲ 16 ਮਿੰਟ ਲੈਣੇ ਹੈਗੇ ਨੇ। 16-17 ਮਿੰਟ ਥੋੜਾ ਉੱਤੇ ਥੱਲੇ ਹੋ ਸਕਦਾ ਵੇ। ਦੇਖੋ ਆਸਤਾ ਆਸਤਾ ਉੱਪਰ ਆਏਗੀ। ਅਗਰ ਤੇਜ਼ੀ ਨਾਲ ਅਸੀਂ ਕਰਾਂਗੇ ਤਾਂ ਹੋਏਗਾ ਕਿ ਉੱਤੋਂ ਤੇ ਪੱਕ ਜਾਏਗੀ, ਅੰਦਰੋਂ ਕੱਚੀ ਜਾਏਗੀ, ਕਿਉਂਕਿ ਇਹ 'ਚ ਪਰਤ ਬਹੁਤ ਜ਼ਿਆਦਾ ਨੇ। ਇਸ ਵਾਸਤੇ ਕੰਮ ਜ਼ਰਾ ਅਸੀਂ ਸਲੋ ਕਰਾਂਗੇ। ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਹੁਣ ਕਚੋਰੀਆਂ ਸਾਡੀਆਂ ਖੁਦ ਬ ਖੁਦ ਉੱਪਰ ਆ ਗਈਆਂ ਨੇ। ਇਹਦਾ ਮਤਲਬ ਇਹ ਵੇ ਕਿ ਥੱਲੇ ਵਾਲਾ ਹਿੱਸਾ ਕਾਫੀ ਹੱਦ ਤੱਕ ਕੁੱਕ ਹੋ ਚੁੱਕਿਆ ਹੈ। ਹੁਣ ਅਸੀਂ ਆਰਾਮ ਨਾਲ ਇਹਦੀ ਸਾਈਡਾਂ ਚੇਂਜ ਕਰਾਂਗੇ। ਮਾਸ਼ਾਅੱਲਾ ਮਾਸ਼ਾਅੱਲਾ। ਅਲਹਮਦੁਲਿਲਾ ਸਾਡੀਆਂ ਕਚੋਰੀਆਂ ਬਿਲਕੁਲ ਰੈਡੀ ਹੋ ਚੁੱਕੀਆਂ ਨੇ। ਇਹਨੂੰ ਅਸੀਂ ਪੇਸਟਰੀ ਪਫ ਪੇਸਟਰੀ ਦੀ ਵੀ ਮੈਥਡ ਅਸੀਂ ਉਹਦੇ ਨਾਲ ਵੀ ਮਿਲਦਾ ਜੁਲਦਾ ਵੇ, ਲੇਕਿਨ ਅਸੀਂ ਇਸ ਟਾਈਮ ਕਚੋਰੀ ਬਣਾਈ ਹੈ। ਮਾਸ਼ਾਅੱਲਾ ਤੁਸੀਂ ਦੇਖ ਸਕਦੇ ਰੋਜ਼ਾ ਖੁੱਲ੍ਹਣ 'ਚ ਇਸ ਟਾਈਮ ਬਹੁਤ ਥੋੜਾ ਟਾਈਮ ਰਹਿ ਗਿਆ। ਮੈਂ ਤੁਹਾਡੇ ਨਾਲ ਜ਼ਿਆਦਾ ਗੱਲਾਂ ਨਹੀਂ ਕਰਾਂਗੀ, ਤੁਹਾਨੂੰ ਮੈਂ ਟੱਚ ਕਰਕੇ ਦਿਖਾਉਂਦੀ ਹਾਂ ਕਿੰਨੀ ਕ੍ਰਿਸਪੀ ਹੈ। ਇਹ ਦੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਹੈ। ਔਰ ਹੁਣ ਤੇ ਅਸੀਂ ਖਾ ਕੇ ਦੱਸਾਂਗੇ ਰੋਜ਼ਾ ਇਫਤਾਰ ਕਰਨ ਤੋਂ ਬਾਅਦ ਕਿਹੋ ਜਿਹੀ ਬਣੀ ਹੈਗੀ ਹੈ। ਤੁਸੀਂ ਇਹਨੂੰ ਟਰਾਈ ਜ਼ਰੂਰ ਕਰਨਾ, ਆਪਣਾ ਫੀਡਬੈਕ ਮੈਨੂੰ ਜ਼ਰੂਰ ਦਿਆ ਕਰੋ। ਫਿਰ ਮੈਨੂੰ ਚੈਨਲ ਤੇ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ। ਔਰ ਫਿਰ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੀ। ਐਸੇ ਹੀ ਦੁਆ ਦੇ ਨਾਲ ਅੱਲਾਹ ਸੋਨਾ ਤੁਹਾਨੂੰ ਸਾਰਿਆਂ ਨੂੰ ਮਦੀਨੇ ਦੀ ਜ਼ਿਆਰਤ ਕਰਾਵੇ। ਇਨਸ਼ਾਅੱਲਾ ਫਿਰ ਅਗਲੀ ਰੈਸਪੀ 'ਚ ਮੁਲਾਕਾਤ ਹੁੰਦੀ ਹੈ। ਅੱਲਾਹ ਹਾਫਿਜ਼।